ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਅਧਿਆਇ 9ਵਾਂ ਡੈਸਕਟਾਪ ਪਬਲਿਸ਼ਿੰਗ ਸ਼ੁਰੂ ਕਰਾਂਗੇ। ਇਸ ਚੈਪਟਰ ਦੇ ਵਿੱਚ ਅਸੀਂ ਪੜਾਂਗੇ ਡੈਸਕਟਾਪ ਪਬਲਿਸ਼ਿੰਗ ਕੀ ਹੈ, ਪ੍ਰਿੰਟ ਦੇ ਕੀ ਤਰੀਕੇ ਹਨ, ਫੌਂਟਸ ਕੀ ਹਨ, ਸਕੇਲਿੰਗ, ਟਰੈਕਿੰਗ ਅਤੇ ਲੀਡਿੰਗ ਕੀ ਹੈ, ਫਰੇਮਸ, ਪੇਜ ਲੇਆਊਟ ਵਗੈਰਾ। What you see is what you get। ਇਹ ਟਰਮੀਨੋਲੋਜੀ ਕੀ ਮਾਇਨੇ ਰੱਖਦੀ ਹੈ? ਡੈਸਕਟਾਪ ਪਬਲਿਸ਼ਿੰਗ ਦੇ ਵਰਡ ਪ੍ਰੋਸੈਸਿੰਗ ਉੱਪਰ ਲਾਭ ਕੀ ਹਨ ਔਰ ਡਾਕੂਮੈਂਟ ਪਲੈਨਿੰਗ ਕੀ ਹੋਣੀ ਚਾਹੀਦੀ ਹੈ। ਡੈਸਕਟਾਪ ਪਬਲਿਸ਼ਿੰਗ, ਇਸ ਨੂੰ DTP ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। DTP ਬਾਰੇ ਜਾਣਕਾਰੀ ਤੁਸੀਂ ਜੋ ਵੀ ਡੈਸਕਟਾਪ ਦੇ ਉੱਤੇ ਮਤਲਬ ਸਕਰੀਨ ਦੇ ਉੱਤੇ ਆਪਦੇ ਕੰਪਿਊਟਰ ਦੇ ਉੱਤੇ ਜੋ ਵੀ ਰਾਈਟ ਕਰਦੇ ਹੋ, ਪਬਲਿਸ਼ ਕਰਦੇ ਹੋ, ਉਹ ਸਾਰਾ ਡੈਸਕਟਾਪ ਪਬਲਿਸ਼ਿੰਗ ਚ ਆਉਂਦਾ ਹੈ। DTP ਦਾ ਸੰਬੰਧ ਕੰਪਿਊਟਰ ਦੀ ਉਹ ਐਪਲੀਕੇਸ਼ਨ ਨਾਲ ਹੈ ਜਿਹੜਾ ਛੋਟੀਆਂ ਕੰਪਨੀਆਂ ਜਾਂ ਵਿਅਕਤੀਆਂ ਲਈ ਕੰਪਿਊਟਰ ਰਾਹੀਂ ਰਿਪੋਰਟਾਂ, ਵਿਜ਼ਿਟਿੰਗ ਕਾਰਡ, ਕੈਲੰਡਰ, ਇਸ਼ਤਿਹਾਰ, ਮੈਗਜ਼ੀਨ ਆਦਿ ਚੰਗੀ ਕੁਆਲਿਟੀ ਵਿੱਚ ਛਾਪਦਾ ਹੈ। ਇਹ ਸਾਰਾ ਡੈਸਕਟਾਪ ਪਬਲਿਸ਼ਿੰਗ ਕਿਸੇ ਖਾਸ ਐਪ ਦੇ ਥਰੂ ਕਰਦੀ ਹੈ। ਨਵੇਂ ਯੁੱਗ ਦੇ ਕੰਪਿਊਟਰ ਨਾਲ DTP ਸੌਫਟਵੇਅਰ ਦੁਆਰਾ ਬਹੁਤ ਤਰ੍ਹਾਂ ਦੇ ਕੰਮ ਜਿਵੇਂ ਕਿ ਇਸ਼ਤਿਹਾਰ, ਕਿਤਾਬਾਂ ਛਾਪੀਆਂ ਜਾਂਦੀਆਂ ਹਨ। ਹੁਣ ਪਬਲਿਸ਼ਿੰਗ ਦਾ ਕੀ ਮਾਇਨੇ ਹੁੰਦਾ ਹੈ? ਪਬਲਿਸ਼ਿੰਗ ਦਾ ਮਤਲਬ ਹੈ ਕੋਈ ਚੀਜ਼ ਛਾਪਣਾ, ਕੋਈ ਛਪੀ ਹੋਈ ਚੀਜ਼, ਜਿਵੇਂ ਤੁਸੀਂ ਅਖਬਾਰ ਕਹਿੰਦੇ ਹੋ। ਪੁਰਾਣੇ ਸਮਿਆਂ ਦੇ ਵਿੱਚ ਅਖਬਾਰ ਛਾਪਣ ਲਈ ਪ੍ਰਿੰਟਿੰਗ ਪ੍ਰੈਸ ਮਸ਼ੀਨਾਂ ਵਰਤੀਆਂ ਜਾਂਦੀਆਂ ਸੀ। ਉਹਨਾਂ ਦੀ ਪਲੈਨਿੰਗ ਕਰਨ ਦੇ ਲਈ ਵੀ ਮਸ਼ੀਨਾਂ ਵਰਤੀਆਂ ਜਾਂਦੀਆਂ ਸੀ। ਜੇ ਫੋਟੋਆਂ ਤੇ ਟੈਕਸਟ ਛਾਪਣੇ ਹਨ ਤਾਂ ਫੋਟੋ ਅਲੱਗ ਇੱਕ ਵਾਰੀ ਕਾਗਜ਼ ਤੇ ਛਾਪੀ ਜਾਂਦੀ ਸੀ ਤੇ ਟੈਕਸਟ ਦੂਜੀ ਵਾਰੀ ਛਾਪਿਆ ਜਾਂਦਾ ਸੀ। ਬਟ ਕੰਪਿਊਟਰ ਦੇ ਆਉਣ ਨਾਲ ਤੁਸੀਂ ਸਾਰੀ ਪਲੈਨਿੰਗ ਡੈਸਕਟਾਪ ਤੇ ਕਰ ਸਕਦੇ ਹੋ। ਕੱਲਾ ਡਿਜ਼ਾਈਨ, ਉਸ ਦੀ ਦਿੱਖ ਸਾਰੀ ਹੀ। ਅਜਿਹੇ DTP ਸੌਫਟਵੇਅਰ ਦੁਆਰਾ ਕਿਸੇ ਵੀ ਭਾਸ਼ਾ ਦੇ ਅੱਖਰਾਂ ਨੂੰ ਬੜੇ ਵਧੀਆ ਢੰਗ ਨਾਲ ਅਤੇ ਬਹੁਤ ਸਾਰੇ ਤਰੀਕਿਆਂ ਨਾਲ ਲਿਖਿਆ ਜਾਂ ਛਾਪਿਆ ਜਾ ਸਕਦਾ ਹੈ। ਸਧਾਰਨ ਤੌਰ ਤੇ ਇਹ ਕੰਪਿਊਟਰ ਦੀ ਯੋਗਤਾ ਹੋਣੀ ਚਾਹੀਦੀ ਹੈ ਕਿ ਇਸ ਦੀ ਪ੍ਰਿੰਟਿੰਗ ਹੋਣ ਤੋਂ ਪਹਿਲਾਂ ਡਾਕੂਮੈਂਟ ਦਾ ਪ੍ਰੀਵਿਊ ਕੰਪਿਊਟਰ ਦੀ ਸਕਰੀਨ ਤੇ ਦੇਖਿਆ ਜਾਵੇ। ਮਤਲਬ ਜਦੋਂ ਤੁਸੀਂ ਡਾਕੂਮੈਂਟ ਪਲਾਨ ਕਰ ਲਿਆ ਤਾਂ ਉਹ ਕਿਸ ਤਰ੍ਹਾਂ ਛਪੇਗਾ, ਉਸ ਦਾ ਪ੍ਰੀਵਿਊ, ਉਸ ਦੀ ਲੁੱਕ ਦੇਖਣੀ। ਡੈਸਕਟਾਪ ਪਬਲਿਸ਼ਿੰਗ ਇੱਕ ਪੇਜ ਦੇ ਲੇਆਊਟ ਦੀ ਯੋਗਤਾ ਬਾਰੇ ਦੱਸਦਾ ਹੈ। ਮਤਲਬ ਪੇਜ ਦੇ ਵਿੱਚ ਅਸੀਂ ਕੀ ਛਾਪ ਜਾਂ ਲਿਖ ਸਕਦੇ ਹਾਂ। ਡੈਸਕਟਾਪ ਪਬਲਿਸ਼ਿੰਗ 1985 ਵਿੱਚ ਇੰਟਰੋਡਕਸ਼ਨ ਟੂ ਮੈਕ ਪਬਲਿਸ਼ਰ ਸੌਫਟਵੇਅਰ ਤੋਂ ਸ਼ੁਰੂ ਹੋਈ ਸੀ। ਪਹਿਲਾ ਸੌਫਟਵੇਅਰ ਕਿਹੜਾ ਸੀ ਡੈਸਕਟਾਪ ਪਬਲਿਸ਼ਿੰਗ ਦਾ? ਇੰਟਰੋਡਕਸ਼ਨ ਟੂ ਮੈਕ ਪਬਲਿਸ਼ਰ। ਇਹ WYSIWYG ਲੇਆਊਟ ਦਾ ਪਹਿਲਾ ਪ੍ਰੋਗਰਾਮ ਸੀ। WYSIWYG ਦਾ ਮਤਲਬ ਹੈ What you see is what you get। ਇਸ ਤੋਂ ਭਾਵ ਜਿਹੜੀ ਹੀ ਚੀਜ਼ ਤੁਹਾਨੂੰ ਸਕਰੀਨ ਤੇ ਦਿਖ ਰਹੀ ਹੈ ਉਹ ਉਸੇ ਤਰ੍ਹਾਂ ਛਪੇਗੀ। ਇਹ ਨਹੀਂ ਕਿ ਤੁਸੀਂ ਸਕਰੀਨ ਤੇ ਡਿਜ਼ਾਈਨ ਕੁਝ ਹੋਰ ਕੀਤਾ ਹੈ ਪਰ ਜਦੋਂ ਕਾਗਜ਼ ਤੇ ਪ੍ਰਿੰਟਿੰਗ ਕਰਨੀ ਹੈ ਉਹ ਅੱਗੇ ਪਿੱਛੇ ਹੋ ਗਿਆ। ਇਹ ਗੱਲ ਵੀ ਦੱਸਣਯੋਗ ਹੈ ਕਿ ਡੈਸਕਟਾਪ ਪਬਲਿਸ਼ਿੰਗ ਵਾਲੇ ਸੌਫਟਵੇਅਰ ਬਣਨ ਤੋਂ ਪਹਿਲਾਂ ਇਹ ਕੰਮ ਬਹੁਤ ਸਾਰੇ ਆਮ ਲੋਕਾਂ ਦੁਆਰਾ ਕੀਤੇ ਜਾਂਦੇ ਸਨ। ਗ੍ਰਾਫਿਕ, ਟੈਕਸਟ ਜਾਂ ਹੋਰ ਡਿਜ਼ਾਈਨ ਲਈ ਇਹ ਕੰਮ ਖਾਸ ਹੁਨਰਮੰਦ ਲੋਕ ਸ਼ਾਮਿਲ ਕਰਦੇ ਸਨ। ਕੰਪਿਊਟਰ ਆਉਣ ਦੇ ਨਾਲ ਇਹੀ ਫਾਇਦਾ ਹੋਇਆ ਕਿ ਕੋਈ ਵੀ ਇਨਸਾਨ ਆਪਦੀ ਛੋਟੀ-ਮੋਟੀ ਪ੍ਰਿੰਟਿੰਗ ਡਿਜ਼ਾਈਨ ਕਰਕੇ ਖੁਦ ਪ੍ਰਿੰਟ ਕਰ ਸਕਦਾ ਹੈ। ਹੁਣ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਇਸ ਤਰ੍ਹਾਂ ਦੇ ਕੰਮ ਨੂੰ ਬੜੇ ਸੁਚੱਜੇ ਢੰਗ ਨਾਲ ਕਰਦੇ ਹਨ। ਸੌਫਟਵੇਅਰ ਟੈਕਸਟ ਜਾਂ ਗ੍ਰਾਫਿਕ ਦੇ ਪੂਰਾ ਕੰਟਰੋਲ ਰੱਖਦੇ ਹਨ। ਡੈਸਕਟਾਪ ਪਬਲਿਸ਼ਿੰਗ ਆਮ ਤੌਰ ਤੇ 3 ਤਰ੍ਹਾਂ ਦੇ ਹੁੰਦੇ ਹਨ। ਪਹਿਲਾ, ਪੇਜ ਲੇਆਊਟ, ਮਤਲਬ ਪੇਜ ਦੀ ਦਿੱਖ ਕਿਸ ਤਰ੍ਹਾਂ ਦੀ ਹੈ। ਦੂਸਰਾ, ਅਡੋਬ ਪੇਜ ਮੇਕਰ ਆਦਿ। ਸੈਕੰਡ, ਕਿਸ ਤਰ੍ਹਾਂ ਦਾ ਹੈ? ਐਡੀਟਿੰਗ ਸੌਫਟਵੇਅਰ, ਅਡੋਬ ਫੋਟੋਸ਼ਾਪ, ਕੋਰਲ ਫੋਟੋਸ਼ਾਪ। ਇਹ ਗ੍ਰਾਫਿਕ ਡਿਜ਼ਾਈਨਿੰਗ ਦੇ ਲਈ ਹੈ, ਗ੍ਰਾਫਿਕ ਐਡੀਟਿੰਗ ਦੇ ਲਈ। ਤੀਜਾ,
ਇਲਸਟ੍ਰੇਸ਼ਨ मतलब ਕਿਸੇ ਵੀ ਤਰ੍ਹਾਂ ਨੂੰ ਡਿਜ਼ਾਈਨ ਨੂੰ ਚੇਂਜ ਕਰਨਾ, ਮੈਨੀਪੂਲੇਟ ਕਰਨਾ, ਉਸ ਦੇ ਵਿੱਚ ਕੋਰਲ ਡਰਾ, MS ਪਬਲਿਸ਼ਰ, ਮਾਈਕਰੋਸਾਫਟ ਪਬਲਿਸ਼ਰ ਆਦਿ ਸੌਫਟਵੇਅਰ ਹੁੰਦੇ ਹਨ। ਕੋਈ ਵੀ ਡਾਕੂਮੈਂਟ ਤਿਆਰ ਕਰਨ ਲਈ ਸਭ ਤੋਂ ਪਹਿਲਾ ਕਦਮ ਹੈ ਕਿ ਨਿਸ਼ਚਿਤ ਕਰ ਲਿਆ ਜਾਵੇ ਕਿ ਤੁਸੀਂ ਕਿਸ ਤਰ੍ਹਾਂ ਦਾ ਪ੍ਰਿੰਟ ਕਰਨਾ ਹੈ। ਸ਼ਾਦੀ ਦਾ ਕਾਰਡ, ਕਿਤਾਬ, ਕੋਈ ਕਵਰ ਜਾਂ ਬਰਾਊਸ਼ਰ ਜਾਂ ਬਿਜ਼ਨਸ ਕਾਰਡ। ਜੇ ਤੁਸੀਂ ਕਿਤਾਬ ਦਾ ਟਾਈਟਲ ਕਵਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦਾ ਸਾਈਜ਼ ਪਤਾ ਹੋਣਾ ਚਾਹੀਦਾ ਹੈ। ਇਹ ਗੱਲ ਬਹੁਤ ਜ਼ਰੂਰੀ ਹੈ। ਦੋ ਤਰ੍ਹਾਂ ਦੀ ਪਬਲਿਸ਼ਿੰਗ ਹੁੰਦੀ ਹੈ, ਇੱਕ ਡੈਸਕਟਾਪ ਮਤਲਬ ਆਨਲਾਈਨ ਪਬਲਿਸ਼ਿੰਗ, ਇੱਕ ਆਫਲਾਈਨ ਪ੍ਰਿੰਟੇਬਲ ਵਿਊ। ਪ੍ਰਿੰਟੇਬਲ ਵਰਜ਼ਨ ਦੇ ਵਿੱਚ ਤੁਸੀਂ ਜੋ ਵੀ ਡਿਜ਼ਾਈਨ ਕਰ ਰਹੇ ਹੋ ਕਾਗਜ਼ ਤੇ ਛਾਪਣਾ ਹੈ, ਉਸ ਦਾ ਤੁਹਾਨੂੰ ਸਾਈਜ਼ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਪ੍ਰਿੰਟਿੰਗ ਦੇ ਵਿੱਚ ਦਿੱਕਤ ਨਾ ਆਵੇ। ਜੇ ਬਰਾਊਸ਼ਰ ਕਰਨਾ ਹੈ ਤਾਂ ਉਸੇ ਵੱਡੇ ਪੇਜ ਦੇ ਉੱਤੇ ਡਿਜ਼ਾਈਨਿੰਗ ਕਰਨੀ ਪੈਣੀ ਹੈ। ਜੇ A4 ਸ਼ੀਟ ਤੇ ਨਾਰਮਲ ਪੇਪਰ ਤੇ ਰਾਈਟ ਕਰਨਾ ਹੈ, ਡਿਜ਼ਾਈਨ ਕਰਨਾ ਹੈ ਤਾਂ ਉਸੇ ਸਾਈਜ਼ ਦਾ ਹੋਣਾ ਚਾਹੀਦਾ। ਲੈਟਰ ਦੇ ਲਈ ਛੋਟਾ ਪੇਜ, ਉਸੇ ਤਰ੍ਹਾਂ ਉਸ ਦਾ ਲੇਆਊਟ ਉਸੇ ਤਰ੍ਹਾਂ ਸੈੱਟ ਕਰਨਾ ਹੈ। ਡਾਕੂਮੈਂਟਸ ਨੂੰ ਪ੍ਰਿੰਟ ਕਰਨਾ, ਇਹ ਡੈਸਕਟਾਪ ਪਬਲਿਸ਼ਿੰਗ ਦਾ ਬਹੁਤ ਜ਼ਰੂਰੀ ਹਿੱਸਾ ਹੈ। ਪਬਲਿਸ਼ਿੰਗ ਦਾ ਕੰਮ ਉਦੋਂ ਖਤਮ ਹੁੰਦਾ ਹੈ ਜਦੋਂ ਡਾਕੂਮੈਂਟ ਪ੍ਰਿੰਟ ਹੋ ਜਾਵੇ। ਡਿਜ਼ਾਈਨਿੰਗ ਤੋਂ ਲੈ ਕੇ ਪ੍ਰਿੰਟਿੰਗ ਤੱਕ ਸਾਰੀ ਡੈਸਕਟਾਪ ਪਬਲਿਸ਼ਿੰਗ ਹੁੰਦੀ ਹੈ। ਅਸੀਂ ਬਹੁਤ ਸਾਰੇ ਤਰੀਕਿਆਂ ਨਾਲ ਡਾਕੂਮੈਂਟ ਨੂੰ ਪ੍ਰਿੰਟ ਕਰ ਸਕਦੇ ਹਾਂ। ਪ੍ਰਿੰਟਿੰਗ ਇੱਕ ਪ੍ਰੋਸੈਸ ਹੈ ਜਿਸ ਵਿੱਚ ਟੈਕਸਟ, ਗ੍ਰਾਫਿਕਸ ਅਤੇ ਤਸਵੀਰਾਂ ਆਦਿ ਨੂੰ ਬਾਰ-ਬਾਰ ਪ੍ਰਿੰਟ ਕੀਤਾ ਜਾਂਦਾ ਹੈ। ਪ੍ਰਿੰਟਿੰਗ ਇੱਕ ਵੱਡੀ ਫੈਕਟਰੀ ਦਾ ਕੰਮ ਵੀ ਕਰ ਸਕਦੀ ਹੈ ਤੇ ਆਮ ਇਕੱਲੇ ਆਦਮੀ ਲਈ, ਮਤਲਬ ਇਹਨੂੰ ਬਲਕ ਦੇ ਵਿੱਚ ਤੁਸੀਂ ਪ੍ਰਿੰਟਿੰਗ ਵੱਡੀਆਂ ਮਸ਼ੀਨਾਂ ਤੇ ਵੀ ਪ੍ਰਿੰਟ ਕਰ ਸਕਦੇ ਹੋ ਤੇ ਘਰੇ ਤੁਹਾਡੇ ਕੋਲ ਜੇ ਛੋਟਾ ਪ੍ਰਿੰਟਰ ਹੈ ਤਾਂ ਤੁਸੀਂ ਡਿਜ਼ਾਈਨ ਕਰਕੇ ਕੁਝ ਵੀ ਪ੍ਰਿੰਟ ਕਰ ਸਕਦੇ ਹੋ। ਪ੍ਰਿੰਟਿੰਗ ਦੇ ਤਰੀਕੇ, ਲਿਥੋਗ੍ਰਾਫੀ, ਕੀ ਕਹਿੰਦੇ ਹਨ? ਲਿਥੋਗ੍ਰਾਫੀ, ਆਫਸੈਟ ਪ੍ਰਿੰਟਿੰਗ। ਇਸ ਵਿੱਚ ਸਿਆਹੀ ਪੇਪਰ ਤੇ ਬੈਠ ਜਾਂਦੀ ਹੈ। ਹੁਣ ਆਮ ਤੌਰ ਤੇ ਹਰ ਪ੍ਰਿੰਟਿੰਗ ਆਫਸੈਟ ਹੁੰਦੀ ਹੈ। ਜੇ ਆਪਾਂ ਆਮ ਤੌਰ ਤੇ ਦੇਖੀਏ, ਹਰ ਤਰ੍ਹਾਂ ਦਾ ਪ੍ਰਿੰਟ ਆਫਸੈਟ ਪ੍ਰਿੰਟਿੰਗ ਹੁੰਦਾ ਹੈ। ਜੇਕਰ ਬਹੁਤ ਥੋੜੇ ਕਾਗਜ਼ਾਂ ਤੇ ਪ੍ਰਿੰਟ ਕਰਨੀ ਹੋਵੇ ਤਾਂ ਉਹ ਕੰਪਿਊਟਰ ਪ੍ਰਿੰਟਰ ਜਾਂ ਕਾਪੀਅਰ ਵੀ ਹੋਵੇਗੀ, ਮਤਲਬ ਜਿਹੜਾ ਤੁਸੀਂ ਮਸ਼ੀਨ ਤੇ ਫੋਟੋਕਾਪੀ ਵੀ ਕਰਵਾਉਂਦੇ ਹੋ। ਇਸ ਕਰਕੇ ਜੇਕਰ ਸਾਨੂੰ ਕਿਸੇ ਡਾਕੂਮੈਂਟ ਦੀਆਂ ਬਹੁਤ ਸਾਰੀਆਂ ਕਾਪੀਆਂ, ਮਤਲਬ ਸੈਂਕੜੇ ਜਾਂ ਹਜ਼ਾਰਾਂ ਦੇ ਵਿੱਚ ਕਰਨੀਆਂ ਹਨ ਤਾਂ ਆਫਸੈਟ ਪ੍ਰਿੰਟਿੰਗ ਹੀ ਸਸਤੀ ਤੇ ਵਧੀਆ ਹੁੰਦੀ ਹੈ। ਲੇਜ਼ਰ ਪ੍ਰਿੰਟਿੰਗ, ਇਹ ਆਮ ਪ੍ਰਿੰਟਿੰਗ ਹੈ ਜਿਹੜੀ ਵਧੀਆ ਟੈਕਸਟ ਅਤੇ ਗ੍ਰਾਫਿਕਸ ਨੂੰ ਪ੍ਰਿੰਟ ਕਰਦੀ ਹੈ। ਮਤਲਬ ਤੁਸੀਂ ਗ੍ਰਾਫਿਕਸ ਦੀ ਡਿਟੇਲ ਤੇ ਟੈਕਸਟ ਦੀ ਡਿਟੇਲ ਨੂੰ ਕਾਇਮ ਰੱਖਣਾ ਹੈ ਤਾਂ ਲੇਜ਼ਰ ਪ੍ਰਿੰਟਿੰਗ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਲੇਜ਼ਰ ਪ੍ਰਿੰਟਰ ਇੱਕ ਨਾਨ ਇੰਪੈਕਟ ਪ੍ਰਿੰਟਰ ਹੈ ਜਾਂ ਫੋਟੋ ਕਾਪੀਅਰ ਟੈਕਨੋਲੋਜੀ ਜਾਂ ਕੁਝ ਵੀ ਜਿਹੜਾ ਤੁਸੀਂ ਡਿਟੇਲ ਦੇ ਵਿੱਚ ਪ੍ਰਿੰਟ ਕਰਨਾ ਹੈ ਉਹ ਨਾਨ ਇੰਪੈਕਟ ਹੈ, ਮਤਲਬ ਉਸਦਾ ਜੋ ਹੈਡ ਹੈ ਉਹ ਪੇਪਰ ਨਾਲ ਟੱਚ ਨਹੀਂ ਕਰਦਾ। ਇਸ ਪ੍ਰਿੰਟਿੰਗ ਵਿੱਚ ਇਲੈਕਟ੍ਰੀਕਲ ਚਾਰजेस ਹੁੰਦੇ ਹਨ ਰਾਹੀਂ ਸਿਲੇਨੀਅਮ ਕੋਟਡ ਡਰਮ, ਮਤਲਬ ਜਿਹੜਾ ਉਸਦਾ ਡਰਮ ਹੈ ਉਹ ਸਿਲੇਨੀਅਮ ਕੋਟਡ ਹੁੰਦਾ ਹੈ। ਉੱਤੇ ਲੇਜ਼ਰ ਬੀਮ ਪਾਈ ਜਾਂਦੀ ਹੈ। ਜਦੋਂ ਡਰਮ ਚਾਰਜ ਹੁੰਦਾ ਹੈ ਤਾਂ ਇਹ ਘੁੰਮਣ ਲੱਗ ਜਾਂਦਾ ਹੈ। ਕਲਰ ਪ੍ਰਿੰਟਿੰਗ ਰਾਹੀਂ ਕੀਤਾ ਹੋਇਆ ਕੰਮ ਬਲੈਕ ਐਂਡ ਵਾਈਟ ਲੇਜ਼ਰ ਪ੍ਰਿੰਟ ਨਾਲੋਂ 10 ਗੁਣਾ ਮਹਿੰਗਾ ਪੈਂਦਾ ਹੈ। ਇਹ ਬਲੈਕ ਐਂਡ ਵਾਈਟ ਲੇਜ਼ਰ ਪ੍ਰਿੰਟ ਮਾਡਲ 1 ਮਿੰਟ ਵਿੱਚ 200 ਪੇਜ ਪ੍ਰਿੰਟ ਕਰ ਸਕਦਾ ਹੈ। ਸਿਰਫ 1 ਮਿੰਟ ਦੇ ਵਿੱਚ 200 ਪੇਜ। ਪ੍ਰਿੰਟਿੰਗ ਸਪੀਡ ਗ੍ਰਾਫਿਕਸ ਤੇ ਵੀ ਨਿਰਭਰ ਕਰਦੀ ਹੈ, ਮਤਲਬ ਤੁਸੀਂ ਤੁਹਾਡੇ ਪੇਜ ਦੇ ਵਿੱਚ ਕਿੰਨੀਆਂ ਫੋਟੋਆਂ ਜਾਂ ਇਮੇजेस ਹਨ ਉਸ ਤੇ ਵੀ ਨਿਰਭਰ ਕਰਦੀ ਹੈ। ਸਭ ਤੋਂ ਰੰਗਦਾਰ ਪ੍ਰਿੰਟ ਕਰਨ ਵਾਲਾ 1 ਮਿੰਟ ਵਿੱਚ 100 ਪੇਜ ਪ੍ਰਿੰਟ ਕਰ ਸਕਦਾ ਹੈ। DTP ਲਈ ਲੇਜ਼ਰ ਪ੍ਰਿੰਟਰ ਦਾ ਰੈਜ਼ੋਲੂਸ਼ਨ, ਮਤਲਬ ਉਸ ਦਾ ਪਿਕਸਲ ਪਰ ਇੰਚ, ਡਾਟਸ ਪਰ ਇੰਚ ਜਾਂ ਰੈਜ਼ੋਲੂਸ਼ਨ 600 ਡਾਟਸ ਪਰ ਇੰਚ ਹੋਣਾ ਚਾਹੀਦਾ ਹੈ। ਫੌਂਟਸ, ਹੁਣ ਫੌਂਟਸ ਕੀ ਹਨ? ਤੁਸੀਂ ਮਾਈਕਰੋਸਾਫਟ ਵਰਡ ਜਾਂ ਵਰਡ ਪ੍ਰੋਸੈਸਰ ਕੋਈ ਵੀ ਸੌਫਟਵੇਅਰ ਦੇ ਵਿੱਚ ਜਦੋਂ ਵੀ ਕੁਝ ਟਾਈਪ ਕਰਦੇ ਹੋ ਤਾਂ ਤੁਹਾਨੂੰ ਕਿਹਾ ਜਾਂਦਾ ਹੈ ਇਸ ਦਾ ਫੌਂਟ ਆਪਦੇ ਅਨੁਸਾਰ ਚੇਂਜ ਕਰ ਲਓ। ਫੌਂਟ ਫੇਸ ਤੇ ਹੋਰ ਖੂਬੀਆਂ ਦਾ ਮਿਸ਼ਰਣ ਹੁੰਦਾ ਹੈ, ਮਤਲਬ
ਜਿਹੜਾ ਤੁਹਾਡਾ ਲਿਖਿਆ ਹੋਇਆ ਟੈਕਸਟ ਹੈ ਉਹ ਅਲੱਗ-ਅਲੱਗ ਟਾਈਪ ਦਾ ਸਟਾਈਲ ਦਾ ਹੋ ਸਕਦਾ ਹੈ, ਉਸੇ ਨੂੰ ਫੌਂਟ ਫੇਸ ਕਹਿੰਦੇ ਹਨ। ਜਿਵੇਂ ਫੌਂਟ ਦਾ ਆਕਾਰ, ਉਸ ਦਾ ਨੰਬਰ ਪੁਆਇੰਟ, ਚੜਾਈ, ਇਹ ਸਾਰਾ ਫੌਂਟ ਫੇਸ ਦੇ ਵਿੱਚ ਗਿਣਿਆ ਜਾਂਦਾ ਹੈ। ਉਸੇ ਨੂੰ ਆਪਾਂ ਯੂਜੂਅਲੀ ਫੌਂਟ ਕਹਿ ਦਿੰਦੇ ਹਨ ਵੀ ਕਿਸ ਤਰ੍ਹਾਂ ਦਾ ਫੌਂਟ ਚੂਜ਼ ਕਰਨਾ ਹੈ। ਉਦਾਹਰਨ ਦੇ ਤੌਰ ਤੇ ਏਰੀਅਲ ਇੱਕ ਟਾਈਪ ਫੇਸ ਹੈ ਜਿਹੜਾ ਕਿ ਹਰੇਕ ਅੱਖਰ ਦੇ ਆਕਾਰ ਨੂੰ ਦਰਸਾਉਂਦਾ ਹੈ। ਹੋਰ ਸ਼ਬਦਾਂ ਵਿੱਚ ਫੌਂਟ ਸਾਰੇ ਅੱਖਰਾਂ ਦਾ ਮਿਸ਼ਰਣ ਹੁੰਦਾ ਹੈ। ਇਸ ਵਿੱਚ ਸਾਰੇ ਖਾਸ ਅੱਖਰ ਜਿਵੇਂ ਸਪੈਸ਼ਲ ਕਰੈਕਟਰ, ਕੋਮਾ, ਸੈਮੀਕੋਲਨ, ਹਾਈਪਰ, ਹਾਈਫਨ ਐਂਡ ਐਟ ਸਾਰੇ ਸ਼ਾਮਿਲ ਹੁੰਦੇ ਹਨ। ਫੌਂਟ ਫੈਮਿਲੀ ਕਈ ਤਰ੍ਹਾਂ ਦੇ ਰੂਪਾਂਤਰਾਂ ਵੇਰੀਏਸ਼ਨਸ ਦਾ ਸਮੂਹ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਏਰੀਅਲ, ਏਰੀਅਲ ਬੋਲਡ, ਏਰੀਅਲ ਨੈਰੋ ਆਦਿ। ਫੌਂਟ ਦੀ ਉਚਾਈ ਪੁਆਇੰਟਸ ਵਿੱਚ ਨਾਪੀ ਜਾਂਦੀ ਹੈ। ਜੇ ਹੁਣ ਇਸ ਦੀ ਐਗਜ਼ਾਮਪਲ ਤੁਸੀਂ ਮਾਈਕਰੋਸਾਫਟ ਵਰਡ ਦੇ ਵਿੱਚ ਦੇਖੋ, ਜੇ ਮਾਈਕਰੋਸਾਫਟ ਵਰਡ ਨੂੰ ਖੋਲੋਗੇ ਤਾਂ ਇਸ ਤਰ੍ਹਾਂ ਦਾ ਪੇਜ ਓਪਨ ਹੁੰਦਾ ਹੈ। ਤੁਸੀਂ ਕੁਝ ਵੀ ਟਾਈਪ ਕਰ ਸਕਦੇ ਹੋ। ਫॉर ਐਗਜ਼ਾਮਪਲ ਸਕੂਲ। ਹੁਣ ਸਕੂਲ ਬਾਈ ਡਿਫਾਲਟ ਇਸ ਦੇ ਵਿੱਚ ਕੈਲਬਰੀ ਫੌਂਟ ਦੇ ਵਿੱਚ ਸ਼ਾਮਿਲ ਹੋਇਆ ਹੈ ਔਰ ਇੱਥੇ ਕਲਿੱਕ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੌਂਟ ਅੱਗੇ ਲਾ ਸਕਦੇ ਹੋ। ਏਰੀਅਲ, ਇਸ ਨੂੰ ਸਿਲੈਕਟ ਕਰਨਾ ਪਵੇਗਾ, ਫਿਰ ਉਸ ਨੂੰ ਏਰੀਅਲ ਕਲਿੱਕ ਕਰ ਸਕਦੇ ਹੋ। ਹੁਣ ਤੁਸੀਂ ਦੇਖੋ ਫੌਂਟ ਦਾ ਸਟਾਈਲ ਵੀ ਚੇਂਜ ਹੋ ਗਿਆ ਔਰ ਇਸ ਨੂੰ ਇਨਕਰੀਜ਼ ਕਰਨ ਲਈ ਆ ਪੁਆਇੰਟਸ, ਕਿੰਨੇ ਪੁਆਇੰਟ ਉਸ ਨੂੰ ਇਨਕਰੀਜ਼ ਕਰਨਾ ਹੈ, ਇਹ ਸਾਰਾ ਪੁਆਇੰਟਸ ਦੇ ਵਿੱਚ ਨਾਪਿਆ ਜਾਂਦਾ ਹੈ। ਏਰੀਅਲ, ਏਰੀਅਲ ਬੋਲਡ, ਕੈਲਬਰੀ, ਇਹ ਸਾਰੇ ਬਣੇ ਬਣਾਏ ਫੌਂਟਸ ਤੁਹਾਨੂੰ ਮਿਲਦੇ ਹਨ। ਉਹਨਾਂ ਦਾ ਸਟਾਈਲ, ਕਿਸ ਤਰ੍ਹਾਂ ਨਾਲ ਲਿਖਣਾ ਹੈ, ਸਾਰਾ ਉਸੇ ਤਰ੍ਹਾਂ ਨਾਲ ਉਹ ਚੇਂਜ ਵੀ ਹੋ ਜਾਵੇਗਾ। ਫੌਂਟ ਦੇ ਘੱਟ ਪੁਆਇੰਟ ਦਾ ਮਤਲਬ ਹੈ ਕਿ ਛੋਟੇ ਅੱਖਰਾਂ ਤੇ ਜ਼ਿਆਦਾ ਪੁਆਇੰਟ ਦਾ ਮਤਲਬ ਹੈ ਵੱਡੇ ਅੱਖਰਾਂ। ਸਕੇਲਿੰਗ, ਟਰੈਕਿੰਗ ਐਂਡ ਲੀਡਿੰਗ ਕੀ ਹੁੰਦੀ ਹੈ? ਬਹੁਤ ਜ਼ਰੂਰੀ। ਡਾਕੂਮੈਂਟ ਵਿੱਚ ਫੌਂਟ ਨੂੰ ਠੀਕ ਕਰਨਾ, ਮਤਲਬ ਉਹਨਾਂ ਨੂੰ ਐਡਜਸਟ ਕਰਨਾ, ਸੈਟਿੰਗ ਕਰਨੀ ਉਹਨਾਂ ਦੀ। ਡਾਕੂਮੈਂਟ ਵਿੱਚ ਬਹੁਤ ਸਾਰੇ ਤਰੀਕਿਆਂ ਦੁਆਰਾ ਫੌਂਟ ਨੂੰ ਫੈਲਾਇਆ ਜਾ ਸਕਦਾ ਜਾਂ ਸੰਘੇੜਿਆ ਜਾ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਫੌਂਟਸ ਦੇ ਪੁਆਇੰਟ ਨੂੰ ਬਿਨਾਂ ਵਧਾਇਆ ਜਾਂ ਘਟਾਇਆ ਅਸੀਂ ਅੱਖਰਾਂ ਦੀ ਚੌੜਾਈ ਨੂੰ ਵਧਾ ਕਰਾ ਸਕਦੇ ਹਾਂ। ਮਤਲਬ ਫੌਂਟ ਦੇ ਸਾਈਜ਼ ਨੂੰ ਨਹੀਂ ਛੇੜਨਾ, ਹੁਣ ਉਸਨਾਂ ਦੀ ਬਿਨਾਂ ਹਿਲਾਏ ਆਪਾਂ ਫੌਂਟਸ ਦੇ ਵਿੱਚ ਜਿਹੜਾ ਫਰਕ ਆ ਅੱਖਰਾਂ ਦਾ ਉਹ ਵਧਾ ਸਕਦੇ ਹਾਂ ਜਾਂ ਘਟਾ ਸਕਦੇ ਹਾਂ। ਇਸ ਨੂੰ ਸਕੇਲਿੰਗ ਕਿਹਾ ਜਾਂਦਾ ਹੈ। ਸਕੇਲਿੰਗ ਕੀ ਹੈ? ਫੌਂਟ ਨੂੰ ਬਿਨਾਂ ਹਿਲਾਏ ਉਹਨਾਂ ਦੇ ਵਿਚਾਲੇ ਸਪੇਸ ਜਿਹੜੀ ਹੈ ਘਟਾਉਣੀ ਜਾਂ ਵਧਾਉਣੀ। ਟ੍ਰੇਸਿੰਗ, ਟਰੈਕਿੰਗ ਜਾਂ ਮਤਲਬ ਹੈ ਕਿ ਕਿਸੇ ਵੀ ਵਰਡ ਜਾਂ ਲਾਈਨ ਦੇ ਅੱਖਰਾਂ ਵਿੱਚ ਦੂਰੀ ਲਿਆਉਣਾ, ਉਹਨਾਂ ਦੇ ਦੋ ਸ਼ਬਦਾਂ ਦੇ ਵਿਚਾਲੇ ਦੂਰੀ ਲਿਆਉਣਾ। ਇਸ ਨੂੰ ਪੁਆਇੰਟਾਂ ਵਿੱਚ ਵੀ ਮਾਪਿਆ ਜਾਂਦਾ ਹੈ। ਆਹ ਦੇਖੋ ਇੱਕ ਐਗਜ਼ਾਮਪਲ, ਕਿਵੇਂ ਆਪਾਂ ਇੱਕ ਹੀ ਲਾਈਨ ਨੂੰ ਉਹਨਾਂ ਦੇ ਵਿਚਾਲੇ ਗੈਪ ਕਰਕੇ ਵਧਾ ਘਟਾ ਸਕਦੇ ਹਾਂ। ਟਰੈਕਿੰਗ। ਲੀਡਿੰਗ, ਇਹ ਦੋ ਜਾਂ ਜ਼ਿਆਦਾ ਲਾਈਨਾਂ ਵਿਚਾਲੀ ਦੂਰੀ ਨੂੰ ਦਰਸਾਉਂਦੀ ਹੈ, ਮਤਲਬ ਦੋ ਲਾਈਨਾਂ ਦੇ ਵਿਚਾਲੇ ਦੂਰੀ ਕਿੰਨੀ ਹੈ, ਇਸ ਨੂੰ ਪੁਆਇੰਟਾਂ ਵਿੱਚ ਨਾਪਿਆ ਜਾਂਦਾ ਹੈ। ਇਹ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਤੇ ਨਿਰਭਰ ਕਰਦੀ ਹੈ, ਮਤਲਬ ਵਰਡ ਪ੍ਰੋਸੈਸਿੰਗ ਸੌਫਟਵੇਅਰ ਤੇ ਨਹੀਂ, ਡੈਸਕਟਾਪ ਪਬਲਿਸ਼ਿੰਗ ਜਿਵੇਂ ਮਾਈਕਰੋਸਾਫਟ ਪਬਲਿਸ਼ਰ ਦੇ ਵਿੱਚ ਚੈੱਕ ਕਰ ਸਕਦੇ ਹੋ। ਲੀਡਿੰਗ ਦੀਆਂ ਐਗਜ਼ਾਮਪਲਸ, ਤੁਹਾਡਾ ਟੈਕਸਟ ਇਸ ਤਰ੍ਹਾਂ ਦਿਖ ਰਿਹਾ ਹੈ, ਬਾਅਦ ਦੇ ਵਿੱਚ ਉਸ ਨੂੰ ਲੀਡਿੰਗ ਕਰਕੇ ਚੇਂਜ ਕਰਕੇ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ। ਫਰੇਮਸ, ਫਰੇਮ ਸੰਬੰਧਿਤ ਸੂਚਨਾ ਅਤੇ ਗ੍ਰਾਫਿਕ ਨੂੰ ਇਕੱਠਾ ਕਰਦੇ ਹਨ। ਮਤਲਬ ਤੁਸੀਂ ਪਿਕਚਰ ਹੈ ਤੁਹਾਡੇ ਘਰੇ, ਉਸਦੇ ਆਲੇ ਦੁਆਲੇ ਇੱਕ ਫਰੇਮ ਹੈ ਪਰ ਉਸ ਦੇ ਅੰਦਰ ਦੋ ਸੈਪਰੇਟ ਪਿਕਚਰਸ ਪੈ ਰਹੀਆਂ ਹਨ, ਉਹਨਾਂ ਨੂੰ ਵੀ ਇੱਕ ਫਰੇਮ ਡਿਵਾਈਡ ਕਰਦਾ ਹੈ। ਇਸੇ ਤਰ੍ਹਾਂ ਵਰਡ ਪ੍ਰੋਸੈਸਿੰਗ ਜਾਂ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰਸ ਦੇ ਵਿੱਚ ਇੱਕ ਫਰੇਮ, ਇੱਕ ਬਾਕਸ ਬਣ ਜਾਂਦਾ ਹੈ ਜੋ ਇੱਕ ਸੰਬੰਧਿਤ ਇਨਫੋਰਮੇਸ਼ਨ ਨੂੰ ਇੱਕ ਹੀ ਜਗ੍ਹਾ ਰੱਖਦੀਆਂ ਹਨ। ਹਰ ਫਰੇਮ ਵਿੱਚ ਹਰੇਕ ਆਬਜੈਕਟ ਦੀ ਵੱਖਰੀ ਐਂਟੀਟੀ ਹੈ, ਮਤਲਬ ਉਹਨਾਂ ਦੀ ਆਪਦੀ ਪਛਾਣ ਹੈ ਇੱਕ। ਹਰੇਕ ਫਰੇਮ ਬਾਕਸ ਬਾਰਡਰ ਦਾ ਖਾਸ ਉਦੇਸ਼ ਹੋਣਾ ਚਾਹੀਦਾ ਹੈ। ਫਰੇਮ ਅੱਖਰਾਂ ਦੀ ਸੀਮਾ ਬਣਾਉਂਦੇ ਹਨ, ਖਾਸ ਅੱਖਰਾਂ ਨੂੰ ਧਿਆਨ ਦੇਣ ਦੇ ਫਰੇਮ ਦੀ ਵਰਤੋਂ ਕੀਤੀ ਜਾਂਦੀ ਹੈ। ਪੇਜ ਲੇਆਊਟ, ਬਹੁਤ ਜ਼ਰੂਰੀ। ਪੇਜ ਲੇਆਊਟ ਕੀ ਹੈ? ਪੇਜ ਲੇਆਊਟ ਦਾ ਕੰਮ ਪੇਜ ਵਿੱਚ ਖਾਸ
ਮਕਸਦ ਲਈ ਸਾਰੇ ਆਬਜੈਕਟ ਪੇਜ ਦੇ ਵਿੱਚ ਕਿਹੜੇ ਹੁੰਦੇ ਹਨ? ਕੋਈ ਲਿਖੇ ਹੋਏ ਸ਼ਬਦ, ਲਾਈਨਾਂ ਤੇ ਉਸ ਦੇ ਵਿੱਚ ਲਾਈਆਂ ਪਿਕਚਰਸ, ਗ੍ਰਾਫਿਕਸ, ਇਹ ਸਾਰੀਆਂ ਲੜੀਬੰਦ ਕਰਨਾ ਤੇ ਤਰਤੀਬ ਵਾਈਜ਼ ਰੱਖਣਾ। ਇਹ ਸਾਰਾ ਪੇਜ ਲੇਆਊਟ ਮਤਲਬ ਪੇਜ ਦੀ ਦਿੱਖ ਕਿਹੋ ਜਿਹੀ ਹੋਣੀ ਚਾਹੀਦੀ ਹੈ, ਜਿਵੇਂ ਉਸ ਨੂੰ ਪ੍ਰਿੰਟ ਕਰਨਾ ਹੈ ਜਾਂ ਉਸ ਨੂੰ ਦਿਖਾਉਣਾ ਹੈ ਦਰਸ਼ਕਾਂ ਨੂੰ। ਪੇਜ ਲੇਆਊਟ ਦਾ ਡਿਜ਼ਾਈਨ ਕਿਸੇ ਕਾਗਜ਼ ਤੇ ਪੇਜ ਪੈਨ ਨਾਲ ਪੈਨਸਲ ਸਕੈਚ ਨਾਲ ਬਣਾਇਆ ਜਾ ਸਕਦਾ ਹੈ। ਹੁਣ ਇਸ ਦਾ ਕੀ ਮਤਲਬ ਹੈ? ਜੋ ਤੁਸੀਂ ਡਰਾਇੰਗ ਚਾਰਟਸ ਲੈਣੇ ਹੋ, ਖਰੀਦਦੇ ਹੋ ਜਾਂ ਖਾਲੀ ਪੇਜ ਸ਼ੀਟ ਲੈਣੇ ਹੋ ਡਰਾਇੰਗ ਕਰਨ ਲਈ, ਤਾਂ ਉਸ ਦੇ ਆਲੇ ਦੁਆਲੇ ਪਹਿਲਾਂ ਅਸੀਂ ਇੱਕ ਮਾਰਕਿੰਗ ਕਰਦੇ ਹਾਂ ਮਾਰਜਨ ਨਾਲ। ਮਾਰਜਨਸ ਲਾ ਕੇ ਉਸ ਦੇ ਨਾਲ ਫਿਰ ਅਸੀਂ ਪੈਨ ਐਂਡ ਪੈਨਸਲ ਲਾ ਕੇ ਕਿ ਇੱਥੇ ਅਸੀਂ ਟੈਕਸਟ ਲਿਖਣਾ ਹੈ, ਇਸ ਜਗ੍ਹਾ ਤੇ ਤਾਂ ਸਾਡੀਆਂ ਪਿਕਚਰਸ ਆਉਣਗੀਆਂ ਔਰ ਇਸ ਜਗ੍ਹਾ ਤੇ ਅਸੀਂ ਬਾਕੀ ਡਿਟੇਲ ਦੇਣੀ ਹੈ। ਇਹ ਕੰਪਿਊਟਰ ਵਿਚਲਾ ਇਲੈਕਟ੍ਰੋਨਿਕ ਪੇਜ ਜ਼ਿਆਦਾ ਗ੍ਰਾਫਿਕਲ ਯੂਜ਼ਰ ਮਤਲਬ GUI ਗ੍ਰਾਫਿਕ ਯੂਜ਼ਰ ਇੰਟਰਫੇਸ ਨਾਲ ਜਾਣਿਆ ਜਾਂਦਾ ਹੈ। ਪੇਜ ਲੇਆਊਟ ਦਾ ਸੰਬੰਧ ਪੇਜ ਤੇ ਉਸ ਦੀ ਕੰਪੋਜੀਸ਼ਨ ਨਾਲ ਹੈ, ਮਤਲਬ ਉਸ ਦੀ ਦਿੱਖ ਕਿਹੋ ਜਿਹੀ ਹੈ, ਕੰਪੋਜੀਸ਼ਨ। ਪੇਜ ਲੇਆਊਟ ਵਿੱਚ ਉਹ ਸਾਰੇ ਪਲੇਸ ਹੋਲਡਰ ਜਿਵੇਂ ਗ੍ਰਿਡ ਲਾਈਨਾਂ, ਬਾਕਸ ਵੀ ਸ਼ਾਮਿਲ ਹਨ ਜਿਹੜੇ ਪ੍ਰਿੰਟ ਨਹੀਂ ਹੁੰਦੇ। What you see is what you get। ਇਹ ਸ਼ਬਦ ਕੰਪਿਊਟਰ ਵਿੱਚ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਕੰਪਿਊਟਰ ਵਿਚਲਾ ਇਲੈਕਟ੍ਰੋਨਿਕ ਪੇਜ ਜੋ ਦਿਖ ਰਿਹਾ ਹੈ ਉਹ ਸਾਡੀ ਆਉਟਪੁੱਟ ਦੀ ਤਰ੍ਹਾਂ ਹੈ, ਮਤਲਬ ਉਸੇ ਤਰ੍ਹਾਂ ਦੀ ਆਉਟਪੁੱਟ ਹੋਵੇਗੀ। ਇਹ ਪੇਜ ਇੱਕ ਪ੍ਰਿੰਟ ਡਾਕੂਮੈਂਟ ਹੋ ਸਕਦਾ ਹੈ, ਵੈਬ ਪੇਜ ਹੋ ਸਕਦਾ ਹੈ, ਸਲਾਈਡ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਖਾਸ ਆਉਟਪੁੱਟ ਦੀ ਸਕਰੀਨ ਨੂੰ ਉਸੇ ਅਨੁਸਾਰ ਢਾਲ ਲੈਂਦਾ ਹੈ। ਮਤਲਬ ਜਿਹੜਾ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਹੋਵੇਗਾ, ਜਦੋਂ ਤੁਸੀਂ ਉਸੇ ਪ੍ਰੀਵਿਊ ਕਰੋਗੇ ਤਾਂ ਉਹ ਉਸੇ ਤਰ੍ਹਾਂ ਆਪਣੇ ਆਪ ਨੂੰ ਢਾਲ ਲਵੇਗਾ ਕਿ ਪ੍ਰਿੰਟ ਦੇ ਅਕੋਰਡਿੰਗ ਕਿਹੜੀ ਡਿਟੇਲ ਦਿੱਤੀ ਗਈ ਹੈ। ਉਦਾਹਰਨ ਦੇ ਤੌਰ ਤੇ MS Word ਸੌਫਟਵੇਅਰ ਆਮ ਆਦਰਸ਼ ਰੰਗਦਾਰ ਲੇਜ਼ਰ ਪ੍ਰਿੰਟਿੰਗ ਹਾਰਡ ਕਾਪੀ ਦੇ ਯੋਗ ਹੈ। DTP ਵਿੱਚ ਤਿਆਰ ਕੀਤੀਆਂ ਹੋਈਆਂ ਕੋਈ ਵੀ ਡਾਕੂਮੈਂਟ ਪ੍ਰਿੰਟ ਕਰਾਂਗੇ ਤਾਂ ਉਹ WYSIWYG ਦੇ ਬਿਲਕੁਲ ਨੇੜੇ ਹੋਵੇਗਾ, ਬਿਲਕੁਲ ਨੇੜੇ ਹੋਵੇਗਾ। ਕੁਝ ਹਾਲਾਤਾਂ ਵਿੱਚ what you see is what you get ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ, ਕਿਉਂਕਿ ਡਾਕੂਮੈਂਟ ਵਿੱਚ ਪੇਜ ਦੀ ਰਚਨਾ ਸਮੇਂ ਕੀ ਹੁੰਦਾ ਹੈ, ਵਾਧੂ ਜਾਣਕਾਰੀ ਲਾਭਕਾਰੀ ਹੁੰਦੀ ਹੈ। ਜਿਵੇਂ ਕਿ ਕਈ ਵਾਰ ਸਾਨੂੰ ਨੌਨ ਪ੍ਰਿੰਟਿੰਗ ਕਰੈਕਟਰ ਆਦਿ ਦੀ ਲੋੜ ਹੁੰਦੀ ਹੈ ਜਿਹੜੇ ਪ੍ਰਿੰਟ ਨਹੀਂ ਹੋ ਸਕਦੇ, ਇਹ ਜਿਹੇ ਕਰੈਕਟਰ ਆਪਾਂ ਡਿਟੇਲ ਦਿੰਦੇ ਹਾਂ। ਦੂਜੀ, ਪੇਜ ਲੇਆਊਟ ਮੋਡ ਵਿੱਚ ਅਸੀਂ ਅਕਸਰ ਹੀ ਗ੍ਰਿਡ ਲਾਈਨਸ ਦਾ ਉਪਯੋਗ ਕਰਦੇ ਹਾਂ। ਜੋ ਗ੍ਰਿਡ ਲਾਈਨਸ ਹਨ ਉਹ ਸਿਰਫ ਯੂਜ਼ਰ ਦੇ ਐਡੀਟਿੰਗ ਮਤਲਬ ਕਿਸ ਤਰ੍ਹਾਂ ਦੀ ਸੈਟਿੰਗ ਕਰਨੀ ਹੈ ਉਸੇ ਲਈ ਹੁੰਦਾ ਹੈ, ਪਰ ਉਹ ਪ੍ਰਿੰਟ ਨਹੀਂ ਹੁੰਦਾ। ਡੈਸਕਟਾਪ ਪਬਲਿਸ਼ਿੰਗ ਅਤੇ ਵਰਡ ਪ੍ਰੋਸੈਸਿੰਗ ਵਿੱਚ ਕੀ ਅੰਤਰ ਹਨ? ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਡੈਸਕਟਾਪ ਪਬਲਿਸ਼ਿੰਗ ਉਹ ਸੌਫਟਵੇਅਰ ਹੁੰਦੇ ਹਨ, ਉਹ ਐਪਲੀਕੇਸ਼ਨਸ ਹੁੰਦੀਆਂ ਹਨ ਜੋ ਕਿ ਖਾਸ ਤੌਰ ਤੇ ਗ੍ਰਾਫਿਕਸ ਲਈ ਬਣਦੇ ਹਨ। ਐਂਡ ਵਰਡ ਪ੍ਰੋਸੈਸਰ ਉਹ ਸੌਫਟਵੇਅਰ ਜਾਂ ਐਪਲੀਕੇਸ਼ਨਸ ਹੁੰਦੇ ਹਨ ਜੋ ਖਾਸ ਤੌਰ ਤੇ ਟੈਕਸਟ ਦੇ ਉੱਤੇ ਮਹੱਤਵ ਦਿੰਦੀਆਂ ਹਨ। ਹੁਣ ਜੇ ਇੱਕ ਪਾਸੇ ਤੋਂ ਦੇਖਿਆ ਜਾਵੇ ਤਾਂ ਵਰਡ ਪ੍ਰੋਸੈਸਰ ਜਿਵੇਂ ਕਿ MS Word ਇੱਕ ਚੰਗੇ ਇਲੈਕਟ੍ਰੋਨਿਕ ਟਾਈਪਰਾਈਟਰ ਨਾਲੋਂ ਜ਼ਿਆਦਾ ਵਧੀਆ ਹੈ। ਤੁਸੀਂ ਟਾਈਪਰਾਈਟਰ ਤੋਂ ਬਹੁਤ ਵਧੀਆ ਇਸਤੇਮਾਲ MS Word ਦਾ ਕਰ ਸਕਦੇ ਹੋ। ਇੱਕ ਸਧਾਰਨ ਟੈਕਸਟ ਐਡੀਟਰ ਹੈ ਜਿਸ ਦੀ ਵਿਸ਼ੇਸ਼ਤਾ ਹੈ ਸਪੈਲਿੰਗ ਚੈੱਕ ਕਰਨਾ, ਹੈਡਿੰਗ, ਪੈਰਾਗ੍ਰਾਫ ਬਣਾਉਣਾ ਆਦਿ। ਵਰਡ ਪ੍ਰੋਸੈਸਰ ਦੇ ਮੁੱਖ ਕੰਨ ਹਨ ਟੈਕਸਟ ਟਾਈਪ ਕਰਨਾ, ਸਪੈਲਿੰਗ ਚੈੱਕ ਕਰਨਾ, ਜੇ ਜ਼ਰੂਰੀ ਹੋਵੇ ਤਾਂ ਟੈਕਸਟ ਨੂੰ ਐਡਿਟ ਕਰਨਾ ਜਾਂ ਬਦਲਣਾ, ਮਤਲਬ ਉਸ ਦੀ ਲੇਆਊਟ ਨੂੰ ਚੈੱਕ ਕਰਨਾ। ਇਹ ਟੈਕਸਟ ਬੇਸਡ ਹੈ, ਪਰ ਜੋ DTP ਆਬਜੈਕਟ ਬੇਸਡ ਮਤਲਬ ਆਬਜੈਕਟ ਬੇਸਡ ਸੌਫਟਵੇਅਰ ਹੁੰਦੇ ਹਨ ਜਿਵੇਂ ਕਿ DTP ਪੇਜ ਲੇਆਊਟ ਕਰਨਾ, ਉਹ ਇਸ ਤੇ ਫਲੈਕਸੀਬਲ ਨਹੀਂ ਹੁੰਦੇ। ਉਹ ਫਲੈਕਸੀਬਲ ਹੁੰਦੇ ਹਨ ਡੈਸਕਟਾਪ ਪਬਲਿਸ਼ਿੰਗ 'ਚ। ਡਾਕੂਮੈਂਟ ਪਲੈਨਿੰਗ ਮਤਲਬ ਤੁਹਾਡੇ ਡਾਕੂਮੈਂਟ ਦੀ ਪਲੈਨਿੰਗ ਜ਼ਰੂਰੀ ਹੈ, ਕਿਸ ਤਰ੍ਹਾਂ ਕਰਨੀ ਹੈ ਪ੍ਰਿੰਟਿੰਗ ਦੇ ਲਈ। ਹੁਣ ਅਸੀਂ ਕੁਝ ਖਾਸ ਗੱਲਾਂ ਬਾਰੇ ਵਿਚਾਰ ਕਰਾਂਗੇ ਜਿੱਥੇ ਡੈਸਕਟਾਪ ਪਬਲਿਸ਼ਿੰਗ ਵਰਤੀ ਜਾਂਦੀ ਹੈ। ਅਸੀਂ ਕੁਝ ਸਧਾਰਨ ਡਾਕੂਮੈਂਟ ਨੂੰ ਡਿਜ਼ਾਈਨ ਕਰਨ ਬਾਰੇ ਸਲਾਹ ਕਰਾਂਗੇ। ਪੇਜ ਲੇਆਊਟ ਤਿਆਰ ਕਰਨ ਦਾ ਮਤਲਬ ਕਿਸੇ ਡਾਕੂਮੈਂਟ ਵਿੱਚ ਖਾਸ ਤੌਰ ਤੇ ਕੁਝ ਟੈਕਸਟ ਜਾਂ ਗ੍ਰਾਫਿਕਸ ਡਿਜ਼ਾਈਨ ਕਰਨੇ ਹਨ।
ਜਦੋਂ ਤੁਸੀਂ ਟੈਕਸਟ, ਗ੍ਰਾਫਿਕਸ ਜਾਂ ਖਾਸ ਤਰ੍ਹਾਂ ਦੇ ਨਿਸ਼ਾਨ ਜਿਵੇਂ ਕਿ ਕੁਝ ਸਿੰਬਲ ਹੁੰਦੇ ਹਨ ਕਿਸੇ ਤਰ੍ਹਾਂ ਦੇ ਨੂੰ ਬਾਕਸ, ਫਰੇਮ, ਬਾਰਡਰ ਆਦਿ ਇਕੱਠਾ ਕਰਕੇ ਉਸ ਨੂੰ ਸੈੱਟ ਕਰਦੇ ਹੋ, ਉਹ ਸਾਰਾ ਪੇਜ ਲੇਆਊਟ ਦੇ ਵਿੱਚ ਆਉਂਦਾ ਹੈ। ਉਸ ਦਾ ਸਟਾਈਲ ਕਿਹੋ ਜਿਹਾ ਹੋਵੇ। ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਵਿੱਚ ਤੁਸੀਂ ਕਈ ਤਰ੍ਹਾਂ ਦੇ ਫੌਂਟਸ ਚੁਣ ਸਕਦੇ ਹੋ। ਲੇਆਊਟ ਐਲੀਮੈਂਟਸ, ਗ੍ਰਾਫਿਕਸ ਵਿੱਚ ਉਹਨਾਂ ਦੇ ਰੰਗ, ਫਿਲਟਰ, ਇਫੈਕਟ, ਫੌਂਟ ਕਿਸ ਤਰ੍ਹਾਂ ਦਾ ਚੁਣਨਾ ਹੈ, ਉਹਨਾਂ ਦੇ ਵਿਚਾਲੇ ਦੀ ਇਨਫੋਰਮੇਸ਼ਨ, ਜਿਹੜਾ ਸਟਾਈਲ ਹੈ ਉਹ ਕਿਸ ਤਰ੍ਹਾਂ ਦਾ ਹੋਵੇ, ਉਹ ਚੰਗੀ ਤਰ੍ਹਾਂ ਸਮਝ ਤੇ ਯਾਦ ਰੱਖਿਆ ਜਾਵੇ। ਸਟਾਈਲ ਦਾ ਮਤਲਬ ਆਪਣੇ ਡਾਕੂਮੈਂਟ ਵਿੱਚ ਆਪ ਫਾਰਮੈਟਿੰਗ ਕਰਨਾ, ਮਤਲਬ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੋ ਚੇਂਜ ਕਰ ਰਹੇ ਹੋ ਉਹ ਤੁਹਾਡੇ ਸਟਾਈਲ ਦੇ ਵਿੱਚ, ਸਟਾਈਲਿੰਗ ਦੇ ਵਿੱਚ ਆਉਂਦੀ ਹੈ। ਕਿਸ ਤਰ੍ਹਾਂ ਦਾ ਸਟਾਈਲ ਦੇਣਾ ਹੈ। ਸਟਾਈਲ ਤੋਂ ਬਿਨਾਂ ਤੁਹਾਨੂੰ ਹਰੇਕ ਪੈਰਾਗ੍ਰਾਫ, ਲਾਈਨ ਨੂੰ ਵੱਖਰੇ ਤੌਰ ਤੇ ਸੈਟਿੰਗ ਕਰਨੀ ਪਵੇਗੀ। ਇਹ ਕੰਮ ਬਹੁਤ ਔਖਾ ਤੇ ਬੋਰਿੰਗ, ਮਤਲਬ ਡਿਟੇਲ ਬਹੁਤ ਵੱਡੀ ਡਾਕੂਮੈਂਟ ਦੇ ਵਿੱਚ ਬਹੁਤ ਬੋਰਿੰਗ ਹੋ ਜਾਂਦਾ ਹੈ। ਸਟਾਈਲਿੰਗ ਦੇ ਵਿੱਚ ਹੈਡਰ, ਫੁਟਰ, ਬੁਲੇਟ ਸਾਰੇ ਆਉਂਦੇ ਹਨ। ਫਿਰ ਆਪਾਂ ਗੱਲ ਕਰੀਏ ਮਾਰਜਨ ਦੀ, ਜਿਹਨੂੰ ਆਪਾਂ ਪੰਜਾਬੀ ਚ ਹਾਸ਼ੀਆ ਕਹਿ ਦਿੰਦੇ ਹਾਂ। ਕਿਸੇ ਵੀ ਪੇਜ ਨੂੰ ਜਦੋਂ ਤੁਸੀਂ ਲਿਖਣ ਲੱਗਦੇ ਹੋ, ਡਿਜ਼ਾਈਨ ਕਰਨ ਲੱਗਦੇ ਹੋ, ਪੇਂਟਿੰਗ ਕਰਨ ਲੱਗਦੇ ਹੋ, ਤਾਂ ਉਸਦੇ ਚਾਰੇ ਪਾਸੇ ਆਪਾਂ ਇੱਕ ਹਾਸ਼ੀਆ ਛੱਡਦੇ ਹਾਂ, ਮਾਰਜਨ ਛੱਡਦੇ ਹਾਂ। ਟੌਪ ਮਾਰਜਨ, ਬਾਟਮ ਮਾਰਜਨ, ਰਾਈਟ ਮਾਰਜਨ, ਲੈਫਟ ਮਾਰਜਨ ਤੇ ਯੂਅਰ ਪੇਜ ਦੇ ਇਸ ਬਾਕਸ ਦੇ ਵਿੱਚ ਤੁਸੀਂ ਲਿਖਣਾ ਜਾਂ ਆਪਣਾ ਸਟਾਈਲ ਕਰ ਸਕਦੇ ਹੋ। ਐਂਡ ਪੇਜ ਦੇ ਉੱਤੇ ਹੈਡਰ ਤੇ ਫੁਟਰ ਵੀ ਆਉਂਦਾ ਹੈ। ਹੈਡਰ ਕੀ ਹੈ? ਹੈਡਰ ਉਹ ਟੈਕਸਟ ਹੈ ਜਿਹੜਾ ਕਿ ਪੇਜ ਦੇ ਉੱਪਰਲੇ ਹਿੱਸੇ ਤੇ ਪ੍ਰਿੰਟ ਹੁੰਦਾ ਹੈ। ਇਹ ਪੇਜ ਨੰਬਰ, ਪਾਠ ਨੰਬਰ ਜਾਂ ਹੋਰ ਛੋਟੀ ਇਨਫੋਰਮੇਸ਼ਨ ਹੁੰਦੀ ਹੈ। ਜ਼ਿਆਦਾਤਰ ਆਪਾਂ ਪੇਜ ਨੰਬਰ ਦੇ ਹਿਸਾਬ ਦੇ ਨਾਲ ਇਹਨੂੰ ਹੈਡਰ ਜਾਂ ਫੁਟਰ, ਉਸ ਨੂੰ ਹੈਡਰ ਮਤਲਬ ਜੇ ਉਸਦੇ ਟੌਪ ਤੇ ਲਿਖਿਆ ਹੋਇਆ ਹੈ, ਫੁਟਰ ਮਤਲਬ ਉਸਦੇ ਥੱਲੇ ਲਿਖਿਆ ਹੋਇਆ ਪੇਜ ਦੇ। ਇਹ ਸੈਂਟਰ, ਲੈਫਟ ਕਿਸੇ ਵੀ ਸਟਾਈਲ ਨਾਲ ਹੋ ਸਕਦਾ ਹੈ। ਫੌਂਟ, ਇਹ ਡਾਕੂਮੈਂਟ ਡਿਜ਼ਾਈਨ ਦਾ ਬਹੁਤ ਜ਼ਰੂਰੀ ਹਿੱਸਾ ਹੈ। ਆਮ ਤੌਰ ਤੇ ਪਾਠਕ ਏਰੀਅਲ ਫੌਂਟ ਜਾਂ ਟਾਈਮਸ ਨਿਊ ਰੋਮਨ ਫੌਂਟ ਯੂਜ਼ ਕਰਦੇ ਹਨ। ਅਲੱਗ-ਅਲੱਗ ਤਰ੍ਹਾਂ ਦੇ ਉਹਨਾਂ ਨੂੰ ਬੋਲਡ ਕਰਨਾ, ਇਟੈਲਿਕ ਕਰਨਾ, ਅੰਡਰਲਾਈਨ ਕਰਨਾ ਆਦਿ। ਡਾਕੂਮੈਂਟ ਪਲੈਨਿੰਗ ਬਾਰੇ ਕੁਝ ਜਾਣਕਾਰੀ ਹੈ, ਪਰ ਹੋਰ ਗੱਲਾਂ ਵੀ ਵਿਚਾਰ ਰੱਖਣ ਵਾਲੀਆਂ ਹਨ। ਪੇਜ ਦਾ ਆਕਾਰ, ਪੇਜ ਦੀ ਸੰਖਿਆ ਕਿੰਨੇ ਹਨ, ਪੇਜ ਵਿਚਾਲੇ ਕ੍ਰਮਾਂ ਦੀ ਗਿਣਤੀ, ਟਾਈਟਲ, ਸਬ ਟਾਈਟਲ, ਕੈਪਸ਼ਨਸ ਆਦਿ। ਹੁਣ ਕੁਝ ਖਾਸ ਯਾਦ ਰੱਖਣ ਵਾਲੀਆਂ ਗੱਲਾਂ। ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਰਿਪੋਰਟਾਂ, ਵਿਜ਼ਿਟਿੰਗ ਕਾਰਡ, ਕੈਲੰਡਰ, ਇਸ਼ਤਿਹਾਰ ਆਦਿ ਬਣਾਉਣ ਲਈ ਵਰਤੇ ਜਾਂਦੇ ਹਨ। ਕੋਈ ਵੀ ਡੈਸਕਟਾਪ ਡਾਕੂਮੈਂਟ ਤਿਆਰ ਕਰਨ ਤੋਂ ਪਹਿਲਾਂ ਸਾਡਾ ਪਹਿਲਾ ਕੰਮ ਇਹ ਹੈ ਪਤਾ ਕਰਨਾ ਕਿ ਡਾਕੂਮੈਂਟ ਕਿਸ ਤਰ੍ਹਾਂ ਦਾ ਤਿਆਰ ਕਰਨਾ ਹੈ। ਪ੍ਰਿੰਟ ਦਾ ਕੰਮ ਟੈਕਸਟ, ਤਸਵੀਰਾਂ ਜਾਂ ਗ੍ਰਾਫਿਕ ਨੂੰ ਬਾਰ-ਬਾਰ ਛਾਪਣਾ ਹੈ। ਪ੍ਰਿੰਟਿੰਗ ਕੀ ਹੈ? ਬਾਰ-ਬਾਰ ਇੱਕੋ ਚੀਜ਼ ਛਾਪਣੀ। ਲੇਜ਼ਰ ਪ੍ਰਿੰਟਿੰਗ ਅਤੇ ਆਫਸੈਟ ਪ੍ਰਿੰਟਿੰਗ ਡਾਕੂਮੈਂਟ ਪ੍ਰਿੰਟ ਕਰਨ ਦੇ ਆਮ ਤਰੀਕੇ ਹਨ। ਹੁਣ ਆਮ ਤਰੀਕਾ ਕਿਹੜਾ ਹੈ? ਲੇਜ਼ਰ ਪ੍ਰਿੰਟਿੰਗ ਤੇ ਆਫਸੈਟ। ਫੌਂਟ, ਟਾਈਪਫੇਸ ਅਤੇ ਹੋਰ ਵਿਸ਼ੇਸ਼ਤਾਵਾਂ ਦਾ ਇਕੱਠ ਹੈ। ਅਲੱਗ-ਅਲੱਗ ਤਰ੍ਹਾਂ ਦੇ ਪੁਆਇੰਟ ਤੇ ਉਹਨਾਂ ਦੀ ਵਿਡਥ ਦੇਖੀ ਜਾ ਸਕਦੀ ਹੈ। ਲੀਡਿੰਗ ਦਾ ਮਤਲਬ ਹੈ ਲਾਈਨਾਂ ਦੇ ਵਿਚਾਲੀ ਦੂਰੀ। ਲੇਆਊਟ, ਪੇਜ ਲੇਆਊਟ ਕੀ ਹੈ? ਤੁਹਾਡੇ ਪੇਜ ਤੇ ਆਬਜੈਕਟਸ ਨੂੰ ਲੜੀਵਾਰ ਰੱਖਣਾ। what you see is what you get, ਉਹ ਐਪਲੀਕੇਸ਼ਨ ਹੈ ਜਾਂ ਉਹ ਲੁੱਕ ਹੈ, ਉਹ ਪਬਲਿਸ਼ਰ ਹੈ ਜਿਹੜੇ ਕਿ ਤੁਹਾਨੂੰ ਦਿਖਾਉਂਦੀ ਹੈ ਕਿ ਤੁਹਾਡਾ ਪ੍ਰਿੰਟ ਹੋਣ ਵਾਲਾ ਡਾਕੂਮੈਂਟ ਕਿਸ ਤਰ੍ਹਾਂ ਦਾ ਹੋਵੇਗਾ। ਤੁਹਾਨੂੰ ਜੋ ਚੀਜ਼ ਦਿਖ ਰਹੀ ਹੈ ਉਹੀ ਤੁਹਾਨੂੰ ਪ੍ਰਿੰਟ ਦੇ ਵਿੱਚ ਮਿਲੇਗੀ। ਜੇ ਤੁਹਾਨੂੰ ਡਾਕੂਮੈਂਟ ਵਿੱਚ ਜ਼ਿਆਦਾ ਲੇਆਊਟ ਕੰਟਰੋਲ ਦੀ ਲੋੜ ਹੈ ਤਾਂ ਤੁਹਾਨੂੰ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਦੀ ਲੋੜ ਪਵੇਗੀ। ਜੇ ਗ੍ਰਾਫਿਕਸ, ਫੋਟੋਆਂ ਜ਼ਿਆਦਾ ਯੂਜ਼ ਕਰਨੀਆਂ ਹਨ ਤਾਂ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਵਰਤੇ ਜਾਂਦੇ ਹਨ। ਜੇ ਇਕੱਲਾ ਟੈਕਸਟ ਦੇ ਉੱਤੇ ਜ਼ੋਰ ਦੇਣਾ ਹੈ ਤਾਂ ਵਰਡ ਪ੍ਰੋਸੈਸਿੰਗ ਸੌਫਟਵੇਅਰ। ਮਾਰਜਨ ਟੈਕਸਟ ਦੇ ਸੱਜੇ ਅਤੇ ਖੱਬੇ ਉੱਪਰ ਹੇਠਾਂ ਦੀ ਦੂਰੀ ਨੂੰ ਕਿਹਾ ਜਾਂਦਾ ਹੈ। ਇਸ ਦੇ ਨਾਲ ਤੁਹਾਡਾ ਇਹ ਚੈਪਟਰ ਵੀ ਖਤਮ ਹੁੰਦਾ ਹੈ। ਇਸ ਨੂੰ ਧਿਆਨ ਨਾਲ ਸਮਝੋ। ਧੰਨਵਾਦ।